ਸੋ ਇੱਕ ਵਾਰ ਫਿਰ ਟੀਮ ਵੀ ਕੇਅਰ ਦੇ ਮੈਂਬਰ ਸਾਡੇ ਨਾਲ ਨੇ। ਮੈਂ ਪਰਮਜੀਤ ਸਿੰਘ ਬਾਠ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਕਰ ਰਿਹਾ। ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਆ ਰਹੇ ਨੇ, ਜਿਨ੍ਹਾਂ ਨੇ ਵਹੀਰਾਂ ਘੱਤਣੀਆਂ, ਜਿਨ੍ਹਾਂ ਨੇ ਤਿਆਰੀ ਲਈ ਹੈ ਖਿੱਚ, ਜਿਨ੍ਹਾਂ ਦੇ ਮਾਂ-ਬਾਪ ਨੂੰ ਬਹੁਤ ਸਾਰੀਆਂ ਨੇ ਆਸਾਂ ਕਿ ਭਾਈ ਹੁਣ ਬੱਚੇ ਜਾਣਗੇ, ਪੜ੍ਹਨਗੇ, ਲਿਖਣਗੇ, ਸੈੱਟ ਹੋਣਗੇ ਅਤੇ ਸਾਰਾ ਕੁਛ ਜਿਹੜਾ ਠੀਕ ਠਾਕ ਹੋ ਜੂ। ਬੱਚੇ ਮਿਹਨਤੀ ਨੇ, ਇਸੇ ਕਰਕੇ ਸਾਰੀਆਂ ਯੋਗਤਾਵਾਂ, ਸਾਰੀਆਂ ਸ਼ਰਤਾਂ, ਸਾਰੇ ਨਿਯਮ, ਸਾਰੀਆਂ ਜਿਹੜੀਆਂ ਬਾਊਂਡਰੀਜ਼ ਨੇ ਉਹਦੇ ਅੰਦਰ ਰਹਿ ਕੇ ਕੰਮ ਕਰਕੇ ਯੋਗ ਹੋ ਕੇ ਜਦੋਂ ਇੱਥੇ ਪਹੁੰਚਦੇ ਆ ਅਤੇ ਪਹੁੰਚਣ ਤੋਂ ਪਹਿਲਾਂ ਕਈ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ, ਪਹੁੰਚ ਕੇ ਕਈ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ। ਟੀਮ ਵੀ ਕੇਅਰ ਦੇ ਮੈਂਬਰ ਸਾਡੇ ਨਾਲ ਨੇ। ਜਸਕਰਨ ਜੀ, ਕੀ ਹਾਲ ਨੇ? ਠੀਕ ਠਾਕ ਹੋ? ਹਾਂਜੀ, ਚੜ੍ਹਦੀ ਕਲਾ। ਜਸ਼ਨ ਜੀ, ਤੁਹਾਡਾ ਕੀ ਹਾਲ ਹੈ? ਚੜ੍ਹਦੀ ਕਲਾ, ਚੜ੍ਹਦੀ ਕਲਾ। ਚਲੋ, ਚੜ੍ਹਦੀ ਕਲਾ ਹੀ ਚਾਹੀਦੀ ਹੈ। ਜਸਕਰਨ ਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਹੈ, ਆਉਂਦੇ ਹੀ ਕੰਮ ਲੱਭਣਾ ਹੁੰਦਾ ਕਿ ਹੁਣ ਕੰਮ, ਕਿਉਂਕਿ ਫੀਸ ਵੀ ਦੇਣੀ ਹੈ, ਰੈਂਟ ਵੀ ਦੇਣਾ, ਇੱਥੇ ਡਾਣੇ ਵਾਲਾ ਡਰਮ ਵੀ ਨਹੀਂ ਹੁੰਦਾ, ਪਿੱਛੇ ਪਰਿਵਾਰ ਵਾਲੇ ਵੀ ਦੇਖਦੇ ਹੁੰਦੇ ਆ। ਕੰਮ ਕਿੱਦਾਂ ਦਾ ਲੱਭ ਸਕਦਾ ਹੈ? ਕੰਮ ਕੋਈ ਆਉਂਦਾ ਹੋਵੇ ਤਾਂ ਸੌਖਾ ਰਹਿੰਦਾ, ਜਾਂ ਇੱਥੇ ਆ ਗਿਆ ਆਪੇ ਸਿੱਖ ਸੁੱਖ ਜਾਂਦਾ ਬੰਦਾ? ਸੋ ਜਿਹੜੀ ਚੀਜ਼ ਆਪਾਂ ਨੇ ਇਹਦੇ ਵਿੱਚ ਦੇਖੀ ਪਹਿਲਾਂ ਤੋਂ ਕਿਵੇਂ ਹੁੰਦਾ ਆ ਕਿ ਬੱਚਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਆਪਾਂ ਨੂੰ ਇਹ ਹੁੰਦਾ ਵੀ ਸਾਡੇ ਕੋਲ 2 ਮਹੀਨੇ ਨੇ ਜਾਂ ਮਹੀਨਾ, ਜਿੰਨਾ ਟਾਈਮ ਅਸੀਂ ਨਹੀਂ ਜਾ ਰਹੇ ਹੈਗੇ, ਅਸੀਂ ਇੱਥੇ ਫਨ ਕਰ ਲਈਏ, ਅਸੀਂ ਇੱਥੇ ਆਪਦਾ ਘੁੰਮ ਫਿਰ ਲਈਏ, ਪੰਜਾਬ ਦੇ ਵਿੱਚ ਘੁੰਮ ਫਿਰ ਲਈਏ ਵੀ ਫਿਰ ਉਸ ਤੋਂ ਬਾਅਦ ਤਾਂ ਕੈਨੇਡਾ ਜਾ ਕੇ ਕੰਮੇ ਕਰਨਾ। ਪਰ ਜਦੋਂ ਉੱਥੋਂ ਅਸੀਂ ਇੱਥੇ ਨੂੰ ਉਡਾਨ ਭਰਦੇ ਹਾਂ ਤਾਂ ਕੋਰਾ ਕਾਗਜ਼ ਹੁੰਦਾ ਬੰਦਾ, ਜ਼ਿਆਦਾਤਰ ਕੋਰਾ ਕਾਗਜ਼ ਨੂੰ ਇੱਥੇ ਜੇ ਹੁਣ ਸੋਚ ਕੇ ਦੇਖੀਏ ਵੀ ਕਿਸੇ ਬਿਜ਼ਨਸਮੈਨ ਨੂੰ, ਨਵੇਂ ਬੰਦੇ ਨੂੰ ਟ੍ਰੇਨ ਕਰਕੇ ਉਸ ਲੈਵਲ 'ਤੇ ਲੈ ਕੇ ਆਉਣਾ ਜਿੱਥੇ ਉਹਨੇ ਕੰਮ ਕਰਨਾ ਸ਼ੁਰੂ ਕਰਨਾ ਬਹੁਤ ਹਾਰਡ ਹੁੰਦਾ, ਜਿਹਦੇ ਕਰਕੇ ਕਿ ਕੀ ਹੁੰਦਾ ਕਿ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਹੈਗਾ ਕੈਨੇਡਾ ਆ ਕੇ। ਉਹਦੀ ਬਜਾਏ ਕੀ ਹੋ ਸਕਦਾ ਵੀ ਕੋਈ ਨਾ ਕੋਈ ਸਕਿੱਲ ਉੱਥੋਂ ਸਿੱਖੀ ਜਾਵੇ, ਉਸ ਮਹੀਨੇ 2 ਮਹੀਨੇ ਦਾ ਜਿਹੜਾ ਟਾਈਮ ਉਹਨੂੰ ਯੂਟੀਲਾਈਜ਼ ਕੀਤਾ ਜਾਵੇ। ਸਕਿੱਲ ਕੀ ਹੋ ਸਕਦੀ ਹੈ? ਮੰਨ ਲਓ ਪਲੰਬਿੰਗ ਦਾ ਕੰਮ ਹੋ ਗਿਆ ਮੁੰਡਿਆਂ ਵਾਸਤੇ, ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ, ਜਾਂ ਟਾਈਲਾਂ ਦਾ ਕੰਮ ਹੋ ਗਿਆ, ਜਿਹੜੇ ਇੱਥੇ ਕੰਸਟਰਕਸ਼ਨ ਦੇ ਕੰਮ ਆਪਾਂ ਦੇਖਦੇ ਹਾਂ ਆਮ ਜ਼ਿੰਦਗੀ ਦੇ ਵਿੱਚ ਚੱਲਦੇ ਨੇ। ਇਸ ਤੋਂ ਬਗੈਰ ਜੇ ਕੋਈ ਕਮਿਊਨੀਕੇਸ਼ਨ ਸਕਿੱਲ ਸਿੱਖਣਾ ਚਾਹੁੰਦਾ ਉਹ ਸਿੱਖੇ। ਕੁੜੀਆਂ ਵਾਸਤੇ ਜਿਵੇਂ ਹੁਣ ਕੁੜੀਆਂ ਨੇ, ਕਈ ਵਾਰੀ ਕੀ ਹੁੰਦਾ ਕਿ ਸਾਨੂੰ ਫੂਡ ਕੋਰਟ 'ਚ ਕੰਮ ਕਰਨਾ ਪੈਂਦਾ, ਸਿਕਿਉਰਿਟੀ 'ਤੇ ਕੰਮ ਕਰਨਾ ਪੈਂਦਾ। ਸਿਕਿਉਰਿਟੀ ਦੀਆਂ ਕਈ ਇਹੋ ਜਿਹੀਆਂ ਸਾਈਟਸ ਨੇ ਜਿਹੜੀਆਂ ਬਹੁਤ, ਜਿਵੇਂ ਉੱਥੇ ਜਿਹੜੇ ਡਰੱਗ ਲੈਣ ਵਾਲੇ ਹੁੰਦੇ ਨੇ ਹੈ ਨਾ, ਡਰੱਗ ਅਡਿਕਟ ਹੁੰਦੇ ਨੇ, ਉਹਨਾਂ ਦੀ ਦੇਖਭਾਲ ਕਰਨ ਵਾਸਤੇ ਸਿਕਿਉਰਿਟੀ ਕਰਨੀ ਪੈਂਦੀ ਹੈ ਮੁੰਡੇ ਕੁੜੀਆਂ ਨੂੰ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਕੋਈ ਸਕਿੱਲ ਨਹੀਂ ਹੁੰਦੀ ਹੈਗੀ ਕਈ ਵਾਰੀ। ਸੋ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਉਹਨਾਂ ਨੂੰ ਉਹੀ ਕਰਨਾ ਪੈਂਦਾ। ਕਈ ਵਾਰੀ ਉਹ ਲੇਬਰ ਜੋਬਸ ਹੁੰਦੀਆਂ ਨੇ, ਉਹਨਾਂ ਲੇਬਰ ਜੋਬਸ ਤੋਂ ਜੇ ਬਚਣਾ ਅਤੇ ਆਪਣਾ ਵਧੀਆ ਅਰਨ ਕਰਨਾ ਅਤੇ ਵਧੀਆ ਲਾਈਫ ਸਟਾਈਲ ਬਣਾਉਣਾ ਤਾਂ ਸਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਹੈ। ਸਾਡੇ ਰੈਜ਼ੂਮੇ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਕਿ ਮੇਰੇ ਕੋਲ 6 ਮਹੀਨੇ ਪਲੰਬਰ ਦਾ ਐਕਸਪੀਰੀਅੰਸ ਆ, ਮੇਰੇ ਕੋਲ 2 ਮਹੀਨੇ ਪਲੰਬਰ ਦਾ ਐਕਸਪੀਰੀਅੰਸ ਆ, ਜਾਂ ਇਲੈਕਟ੍ਰੀਸ਼ੀਅਨ ਦਾ ਕੰਮ, ਮੈਨੂੰ ਬੇਸਿਕ ਕੰਮ ਆਉਂਦਾ। ਸੋ ਮੁੰਡੇ ਇਹੋ ਜਿਹੀ ਫੀਲਡ ਦੇ ਵਿੱਚ ਕੰਮ ਸਿੱਖ ਸਕਦੇ ਨੇ, ਕੋਈ ਵੀ ਕੰਸਟਰਕਸ਼ਨ ਹੋ ਗਈ, ਕੋਈ ਹੇਅਰ ਸਲੂਨ ਦੇ ਵਿੱਚ ਵੀ ਲੱਗ ਸਕਦੇ ਆ, ਕਿਉਂਕਿ ਉਹ ਵੀ ਇੱਥੇ ਕੰਮ ਵਧੀਆ ਮਿਲ ਜਾਂਦਾ ਪਾਰਟ ਟਾਈਮ ਦੇ ਤੌਰ ਦੇ ਉੱਤੇ। ਜੇ ਪਾਰਟ ਟਾਈਮ ਦੇ ਤੌਰ ਦੇ ਉੱਤੇ ਆਪਾਂ ਸੋਚੀਏ ਐਜ਼ ਕੰਪੇਅਰ ਟੂ ਲੇਬਰ ਜੋਬ ਕਰਨ ਨਾਲੋਂ, ਜੇ ਸਾਨੂੰ ਸਕਿੱਲ ਆਉਂਦੀ ਆ ਕੋਈ ਤਾਂ ਸਾਨੂੰ ਨਾਲ ਤਾਂ ਜੋਬ ਵੀ ਵਧੀਆ ਮਿਲ ਜੂਗੀ ਅਤੇ ਅਸੀਂ ਪੈਸੇ ਵੀ ਵਧੀਆ ਅਰਨ ਕਰ ਸਕਦੇ ਹਾਂ। ਜਾਣੀ $4 ਵੱਧ ਫਿਰ ਮਿਲ ਸਕਦੇ ਆ, ਖਰਚੇ ਥੋੜ੍ਹੇ ਨਿਕਲ ਸਕਦੇ ਆ। ਅਤੇ ਦੂਸਰੀ ਗੱਲ ਕਿ ਜਿੱਥੇ ਤਾਈਂ ਮੈਨੂੰ ਲੱਗਦਾ ਕਿ ਜਦੋਂ ਆਉਣਾ ਆ ਬੱਚੇ ਨੇ, ਜ਼ਰੂਰੀ ਨਹੀਂ ਕਿ ਉਹਦੇ ਕੋਲ ਸਰਟੀਫਿਕੇਟ ਜਾਂ ਹੋਵੇ, ਉਹਨੂੰ ਹੱਥੀਂ ਕੰਮ ਆਉਣਾ ਚਾਹੀਦਾ। ਕਹਿਣ ਦਾ ਭਾਵ ਇਹ ਆ। ਬਿਲਕੁਲ ਜੀ, ਉਹਨਾਂ ਨੂੰ ਹੱਥੀਂ ਕੰਮ ਆਉਣਾ ਚਾਹੀਦਾ। ਉਹਨਾਂ ਨੂੰ ਇਹ ਨਾ ਹੋਵੇ ਕਿ ਉਹ ਲਿਖਿਆ ਹੋਇਆ ਜ਼ਰੂਰ ਆ, ਪਰ ਜਦੋਂ ਹੁਣ ਪਲੰਬਰ ਨੇ ਕਹਿਦਾ ਵੀ ਆਹ ਪਾਈਪ ਪਾਉਣੀ ਆ, ਪਤਾ ਹੈ ਨਹੀਂ ਕਿ ਪਾਈਪ ਦਾ ਸਿੱਧਾ ਮੂੰਹ ਕਿੱਧਰ ਨੂੰ, ਟੇਢਾ ਮੂੰਹ ਕਿੱਧਰ ਨੂੰ, ਹੈ ਨਾ, ਫਿਰ ਔਖਾ ਹੋ ਜਾਂਦਾ। ਠੀਕ ਹੈ ਜੀ। ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਸਾਲ ਦਾ ਕੋਰਸ, 6 ਮਹੀਨੇ ਦਾ ਡਿਪਲੋਮਾ, ਡਿਗਰੀ, ਕਿੰਨੇ ਚਿਰ ਦਾ ਕੋਰਸ ਲੈ ਕੇ ਆਂਦਾ ਜਾਵੇ ਤਾਂ ਠੀਕ ਰਹਿੰਦਾ? ਕਿਉਂਕਿ ਕਈ ਵਾਰੀ ਬੱਚੇ ਫਿਰ ਮੁੜ ਕੇ ਪੰਜਾਬੀ 'ਚ ਉਹਨੂੰ ਧੱਕੇ ਖਾਣਾ ਕਹਿੰਦੇ ਆ, ਉਹ ਖਾਂਦੇ ਆ। ਜ਼ਿਆਦਾਤਰ ਕੇਸਾਂ ਦੇ ਵਿੱਚ ਬਈ 2 ਸਾਲਾਂ ਦਾ ਕੋਰਸ ਆ ਜਿਹੜਾ ਉਹ ਜ਼ਰੂਰ ਲੈ ਕੇ ਆਉਣਾ ਚਾਹੀਦਾ। ਕਈ ਵਾਰੀ ਹੁੰਦਾ ਇਹ ਵੀ ਹੁਣ ਤਾਂ 1 ਸਾਲ ਦੇ ਮਿਲਦਾ, ਕੋਈ ਨਾ ਇਹ ਲੈ ਕੇ ਚਲੇ ਜਾਓ, ਇੱਥੇ ਆ ਕੇ ਤੁਹਾਨੂੰ ਅਗਲਾ ਕੋਰਸ ਮਿਲ ਜੂਗਾ, ਹੈ ਨਾ। ਅਤੇ ਇੱਥੇ ਆ ਕੇ ਅਸੀਂ ਦੇਖਿਆ ਵੀ ਜਿਹੜਾ ਵੇਟ ਟਾਈਮ ਉਹ ਕਈ ਲੰਬਾ ਪੈ ਜਾਂਦਾ, ਅਤੇ 1 ਸਾਲ ਦੇ ਕੋਰਸ ਤੋਂ ਬਾਅਦ ਤੁਹਾਨੂੰ ਜਿਹੜਾ ਵਰਕ ਪਰਮਿਟ ਹੈ ਉਹ 1 ਸਾਲ ਦਾ ਹੀ ਮਿਲਦਾ। ਉਹ ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ ਵੀ ਜਿਹਦੇ ਵਿੱਚ ਤੁਸੀਂ ਆਪਣੀ PR ਫਾਈਲ ਆ ਜਿਹੜੀ ਉਹ ਲਾ ਕੇ ਅਤੇ PR ਆ ਜਿਹੜੇ ਪੂਰੇ ਹੋ ਸਕੋ, ਹੈ ਨਾ। ਤਾਂ ਫਿਰ ਉਹ ਜਿਹੜੀ ਮਾਨਸਿਕ ਜਿਹੜਾ ਦਬਾਅ ਬਣਿਆ ਰਹਿੰਦਾ ਵੀ PR ਨਹੀਂ ਹੋਏ ਹਜੇ, ਕੀ ਕਰਾਂਗੇ, ਹੈ ਨਾ। ਫਿਰ ਉਸ ਕੇਸ ਦੇ ਵਿੱਚ ਕਈ ਵਾਰੀ ਬੰਦਿਆਂ ਨੂੰ ਕਲੋਜ਼ ਵਰਕ ਪਰਮਿਟ ਜਾਂ LMIA ਜਿਹਨੂੰ ਕਹਿ ਦਿੰਦੇ, ਉੱਧਰਲੇ ਪਾਸੇ ਵੀ ਜਾਣਾ ਪੈਂਦਾ, ਪੈਸੇ ਹੋਰ ਖਰਚਣੇ ਪੈਂਦੇ ਆ, ਹੈ ਨਾ। ਤਾਂ ਇਹ ਇੱਕ ਸ਼ਾਰਟਕੱਟ ਹੀ ਆ ਵੀ ਛੇਤੀ ਪੜ੍ਹਾਈ ਨਿਬੇੜ ਦਈਏ। ਤਾਂ ਉੱਧਰਲੇ ਪਾਸੇ ਜਾਣ ਦੇ ਨਾਲੋਂ 2 ਸਾਲਾਂ ਦਾ ਜਿਹੜਾ ਕੋਰਸ ਹੈ ਉਹਦੇ ਲਈ ਜਾਣਾ ਚਾਹੀਦਾ। ਉਹਦੇ ਨਾਲ ਤੁਹਾਨੂੰ 3 ਸਾਲਾਂ ਦਾ ਵਰਕ ਪਰਮਿਟ ਮਿਲ ਜਾਂਦਾ, ਉਹ 3 ਸਾਲਾਂ ਦਾ ਤੁਹਾਨੂੰ ਇੱਕ ਸਮਾਂ ਹੀ ਮਿਲ ਜਾਂਦਾ, ਹੈ ਨਾ। ਹੁਣ ਅੱਜ ਕੱਲ੍ਹ ਤਾਂ ਜੇ ਵੇਖੀ ਤਾਂ ਜਦੋਂ ਤੁਸੀਂ ਪੜ੍ਹਾਈ ਪੂਰੀ ਕਰਦੇ ਹੋ ਤਾਂ 4 ਮਹੀਨੇ ਵਰਕ ਪਰਮਿਟ ਹੀ ਨਹੀਂ ਆਉਂਦਾ, ਤਾਂ ਤਕਰੀਬਨ 3.25 ਸਾਲ ਦਾ ਵਰਕ ਪਰਮਿਟ ਹੋ ਗਿਆ ਸਿੱਧੇ ਰੂਪ ਦੇ ਵਿੱਚ। ਤਾਂ 2 ਸਾਲਾਂ ਦਾ ਜਿਹੜਾ ਕੋਰਸ ਹੈ ਕੋਸ਼ਿਸ਼ ਕਰੋ ਵੀ ਉਹਦੇ ਲਈ ਪਹੁੰਚੋ। ਜੇ ਕਿਸੇ ਵੀ ਸਰਕਮਸਟੈਂਸਿਸ ਕਰਕੇ, ਕਾਰਨਾਂ ਕਰਕੇ ਤੁਹਾਨੂੰ 1 ਸਾਲ ਦਾ ਕੋਰਸ ਆ ਜਿਹੜਾ ਉਹ ਮਿਲਿਆ, ਇੱਥੇ ਆ ਕੇ ਆਪਣੀ ਜਿਹੜੀ ਤਫਤੀਸ਼ ਆ ਸ਼ੁਰੂ ਕਰ ਦਿਓ ਵੀ ਅਗਲਾ ਕੋਰਸ ਮੈਂ ਕਿਹੜਾ ਲੈਣਾ, ਅਤੇ ਉਹਦੇ ਲਈ ਅਪਲਾਈ ਕਰ ਦਿਓ। ਹੋ ਸਕਦਾ 2 ਸਮੈਸਟਰਾਂ ਦੀ ਵੇਟ ਹੋਵੇ, ਤਾਂ ਜਦੋਂ ਤੁਸੀਂ ਪਹਿਲਾਂ
ਪਹਿਲਾ ਕੋਰਸ ਨਿਬੇੜੋ ਉਦੋਂ ਨੂੰ ਤੁਸੀਂ ਅਗਲੇ 'ਚ ਐਂਟਰੀ ਕਰ ਸਕੋ, ਕਿਉਂਕਿ ਜੋ ਤੁਹਾਡਾ ਇੱਕ ਕੋਰਸ ਨਿਬੜ ਗਿਆ, ਹੁਣ 1 ਸਾਲ ਦਾ ਆਪਾਂ ਕਹਿ ਦਿੰਦੇ ਹਾਂ, ਉਹ 1 ਸਾਲ ਦਾ ਨਹੀਂ ਹੁੰਦਾ, ਉਹ 8 ਕੁ ਮਹੀਨਿਆਂ ਦਾ ਹੀ ਹੁੰਦਾ ਜਾਂ 10 ਮਹੀਨਿਆਂ ਦਾ ਹੁੰਦਾ ਹੈ ਨਾ, ਤਾਂ ਉਹ ਛੇਤੀ ਨਿਬੜ ਜਾਂਦਾ। ਅਤੇ ਉਹ ਜਦੋਂ ਇੱਕ ਕੋਰਸ ਪੂਰਾ ਹੋ ਗਿਆ ਉਹ ਤੋਂ ਬਾਅਦ ਸਾਡੇ ਕੋਲ 150 ਦੇਣੀ ਆ, ਇਸ ਤੋਂ ਵੱਧ ਅਸੀਂ ਲੀਗਲੀ ਬ੍ਰੇਕ ਨਹੀਂ ਲੈ ਸਕਦੇ। ਤਾਂ ਯਾਨੀ ਕਿ ਇੱਕ ਸਮੈਸਟਰ ਹੀ ਬਣਦਾ 120 ਦਿਨਾਂ ਦਾ, ਅਤੇ ਉਹ ਫਿਰ ਸਾਨੂੰ ਇੱਕ 19 ਅਸੀਂ ਵੇਟ ਕਰਕੇ ਅਗਲੇ ਕੋਰਸ ਦੇ ਵਿੱਚ ਦਵਾ ਇਨਰੋਲ ਕਰ ਲਈਏ ਆਪਣੇ ਆਪ ਨੂੰ। ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਮੈਨੂੰ ਇੱਕ ਹੋਰ ਦੱਸਿਓ ਕਿ ਪੜ੍ਹਾਈ ਜਦੋਂ ਕਰਨੀ ਇੱਥੇ ਆਣ ਕੇ ਨਵੇਂ ਕਿਉਂਕਿ ਕੰਮ ਦਾ ਦਬਾਅ ਹੁੰਦਾ, ਕੋਈ ਕਹਿੰਦਾ ਜੀ ਫੁੱਲ ਟਾਈਮ ਕੰਮ ਕਰ ਲੈਂਦੇ ਹਾਂ, ਕਈ ਵਾਰੀ ਇੱਦਾਂ ਹੁੰਦਾ, ਕਈ ਵਾਰੀ ਹੁੰਦਾ ਕਿ ਯਾਰ ਕਲਾਸਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਲਾਓ ਨਹੀਂ ਲਾਓ ਨਾ ਲਾਓ, ਅਸਾਈਨਮੈਂਟਾਂ ਹੁੰਦੀਆਂ। ਜਾਣੀ ਪੜ੍ਹਾਈ ਕਰਦੇ ਸਮੇਂ ਕਿਹੜੀਆਂ 2-3 ਚੀਜ਼ਾਂ ਧਿਆਨ ਰੱਖਣਾ ਚਾਹੀਦਾ? ਕਲਾਸਾਂ ਪੂਰੀਆਂ ਅਟੈਂਡ ਕਰਨੀਆਂ, ਅਸਾਈਨਮੈਂਟ ਸਮੇਂ 'ਤੇ ਦੇਣੀ, ਨੰਬਰ ਠੀਕ ਠਾਕ ਲੈਣੇ, ਅੱਗੇ ਜਾ ਕੇ ਸਾਰੀਆਂ ਨਹੀਂ ਤਾਂ ਚੀਜ਼ਾਂ ਦਿੱਕਤ ਦਿੰਦੀਆਂ ਜੇ ਕਿਸੇ 'ਚੋਂ ਘੱਟ ਰਹਿ ਜਾਵੇ। ਜਦੋਂ ਆਪਾਂ ਪੰਜਾਬ ਤੋਂ ਆਉਂਦੇ ਹਾਂ ਨਾ, ਪੜ੍ਹਾਈ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 33 ਨੰਬਰ ਵਾਲਾ ਪਾਸ ਹੁੰਦਾ ਸੀਗਾ, ਇੱਥੇ 33 ਨੰਬਰ ਵਾਲਾ ਪਾਸ ਨਹੀਂ ਹੁੰਦਾ, ਇੱਥੇ 50 ਨੰਬਰ ਲੈਣੇ ਪੈਂਦੇ ਨੇ, ਫਿਰ ਉਹਨੂੰ ਮਿਨੀਮਮ ਗ੍ਰੇਡ ਆ ਜਿਹੜੀ ਮਿਨੀਮਮ ਡੀ ਗ੍ਰੇਡ ਮਿਲਦੀ ਹੈ ਜੇ ਤੁਸੀਂ 50 ਨੰਬਰ ਲੈਣੇ ਹੋ ਘੱਟੋ ਘੱਟ, ਹੈ ਨਾ। ਸੋ ਇੱਕ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਬਹੁਤ ਹੁੰਦਾ ਵੀ 33 ਨੰਬਰ ਲੈਣੇ ਨੇ, ਇੰਨੀ ਕੁ ਅਸਾਈਨਮੈਂਟਾਂ ਕਰਕੇ ਸਾਨੂੰ ਆ ਜਾਣਗੇ। ਪੇਪਰ ਪੜ੍ਹਨੇ ਪੈਂਦੇ ਨੇ, ਕਲਾਸਾਂ ਲਾਉਣੀਆਂ ਪੈਂਦੀਆਂ ਨੇ, ਅਸਾਈਨਮੈਂਟਾਂ ਕਰਨੀਆਂ ਪੈਂਦੀਆਂ ਨੇ। ਜਿਵੇਂ ਜਿਹੜੀ ਗੱਲ ਆ ਵੀ ਜਾਂ ਤਾਂ ਕਾਲਜ ਜਾਂ ਕੋਰਸ ਨੇ ਜਿਹੜੇ ਅਸੀਂ ਪਹਿਲਾਂ ਤੋਂ ਹੀ ਇਸ ਸਿਆਣਪ ਦੇ ਨਾਲ ਲਈਏ ਕਿ ਮੇਰੀ ਕੀ ਸਟਰੈਂਥ ਆ, ਮੈਂ ਕੀ ਕਰਨਾ ਚਾਹੁੰਦਾ। ਹੁੰਦਾ ਕੀ ਹੈ ਜ਼ਿਆਦਾਤਰ ਵੀ ਜਦੋਂ ਬੱਚਾ ਇੱਥੇ ਪੜ੍ਹਨ ਆਉਂਦਾ, ਜੇ ਉਹ 1 ਜਾਂ 2 ਕੋਰਸਾਂ ਦੇ ਵਿੱਚੋਂ ਜਾਂ 1-2 ਸਬਜੈਕਟਾਂ ਦੇ ਵਿੱਚੋਂ ਫੇਲ ਹੋ ਗਿਆ, ਉਹ ਆਪਣਾ ਪੂਰਾ ਹੀ ਪ੍ਰੋਗਰਾਮ ਚੇਂਜ ਕਰ ਲੈਂਦੇ ਨੇ। ਉਹ ਪੂਰਾ ਪ੍ਰੋਗਰਾਮ ਚੇਂਜ ਕਰਕੇ ਜੇ ਮੰਨ ਲਓ ਕੋਈ ਕੰਪਿਊਟਰ ਸਾਇੰਸ ਦੇ ਵਿੱਚ ਆਇਆ ਪਰ ਉਹਨਾਂ ਨੇ ਆਰਟਸ ਦੇ ਵਿੱਚ ਐਡਮਿਸ਼ਨ ਲੈ ਲਈ, ਕੋਈ ਬੰਦਾ ਹੈਲਥ ਸਾਇੰਸ ਦੇ ਵਿੱਚ ਆਇਆ ਉਹਨਾਂ ਨੇ ਆਰਟਸ ਦੇ ਵਿੱਚ ਐਡਮਿਸ਼ਨ ਲੈ ਲਈ। ਹੁਣ ਆਰਟਸ ਦੇ ਵਿੱਚ ਜ਼ਿਆਦਾ ਗਿਣਤੀ ਹੋ ਗਈ, ਉੱਥੇ ਕੋਰਸ ਵੀ ਮਿਲਣ ਦੇ ਵਿੱਚ ਔਖ ਹੁੰਦੀ ਆ, ਉੱਥੇ ਕਲਾਸਾਂ ਮਿਲਣ ਦੇ ਵਿੱਚ ਵੀ ਔਖ ਹੁੰਦੀ ਆ, ਮੁੜ ਕੇ ਕੋਰਸ ਨਹੀਂ ਮਿਲਦੇ, ਬੱਚੇ ਨੂੰ ਪੜ੍ਹਾਈਆਂ ਲੰਮਕ ਜਾਂਦੀਆਂ ਨੇ। ਜਿਵੇਂ ਪਹਿਲਾਂ ਬਾਈ ਨੇ ਗੱਲ ਕੀਤੀ ਸੀ ਕਿ 150 ਦਿਨ ਤੋਂ ਬਾਹਰ ਜੇ ਤੁਸੀਂ ਹੋ ਜਾਂਦੇ ਹੋ ਤਾਂ ਤੁਹਾਨੂੰ ਕੀ ਆ, ਜਿਹੜਾ ਸਟੇਟਸ ਤੋਂ ਤੁਸੀਂ ਬਾਹਰ ਹੋ ਜਾਂਦੇ ਹੋ, ਇਮੀਗ੍ਰੇਸ਼ਨ ਸਟੇਟਸ ਦੇ ਵਿੱਚ ਤੁਹਾਡੀ ਪ੍ਰੋਬਲਮ ਆਉਂਦੀ ਹੈ, ਮੁੜ ਕੇ ਵਰਕ ਪਰਮਿਟ ਅਤੇ PR ਦੇ ਵਿੱਚ ਗੇੜਾ ਪੈਂਦਾ ਉਹਦਾ। ਉਹਦੀ ਬਜਾਏ ਕੀ ਕਰਨਾ ਚਾਹੀਦਾ ਸਾਨੂੰ, ਜਿਹੜੀ ਸਾਡੀ ਪੜ੍ਹਾਈ ਆ, ਪੜ੍ਹਾਈ ਦੇ ਘੰਟੇ ਪੜ੍ਹਾਈ ਦੇ ਉੱਤੇ ਲਾਉਣੇ ਚਾਹੀਦੇ ਨੇ। ਜਿੰਨਾ ਚਿਰ ਤੱਕ ਅਸੀਂ ਕੰਮ ਕਰਨਾ, ਜਿੰਨਾ ਚਿਰ ਤੱਕ ਅਸੀਂ ਪੜ੍ਹ ਰਹੇ ਹਾਂ ਸਟੱਡੀ ਪਰਮਿਟ 'ਤੇ, ਸਾਨੂੰ ਕੰਮ ਕਰਨ ਵਾਸਤੇ 20 ਘੰਟੇ ਮਿਲਦੇ ਨੇ, ਆਪਾਂ 20 ਘੰਟੇ ਕੰਮ ਕਰੋ। 20 ਘੰਟੇ ਕੋਈ ਬੱਚਾ ਕੰਮ ਕਰਦਾ, ਆਪਣੀ GIC ਬਚਾਉਂਦਾ ਅਤੇ ਆਪਣੇ ਜਿਹੜੇ ਖਰਚੇ ਨੇ ਉਹਨਾਂ ਨੂੰ ਲਿਮਟਡ ਰੱਖਦਾ, ਸਾਰੀ ਬਜਟਿੰਗ ਕਰਕੇ ਚੱਲਦਾ, ਤਾਂ ਉਹ ਨਾਲੇ ਤਾਂ ਆਪਣੀ ਫੀਸ ਵੀ ਜੋੜ ਲੈਂਦਾ, ਆਪਣੀ GIC ਵੀ ਜੋੜ ਲੈਂਦਾ। ਅਤੇ ਕਿੰਨੇ ਹੀ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਕੋਲ ਪੜ੍ਹਾਈ ਖਤਮ ਹੋ ਕੇ ਵਰਕ ਪਰਮਿਟ 'ਤੇ ਹੁੰਦੇ ਆ, ਉਹਨਾਂ ਦੇ ਕੋਲ 20,000 30,000 ਡਾਲਰ ਸੇਵ ਸੀ। ਉਹਨਾਂ ਨੇ ਇਹ ਨਹੀਂ ਕੋਈ ਵੀ ਬਹੁਤਾ ਕੰਮ ਕੀਤਾ, ਬਸ ਇੱਕ ਕਿਰਸ ਦੇ ਨਾਲ ਚੱਲੇ ਜੀ। ਠੀਕ ਹੈ। ਵੈਸਨਾਂ ਦੀ ਇੱਕ ਚੀਜ਼ ਹੈ ਜੀ, ਕਈ ਵਾਰੀ ਆਉਣ ਲੱਗਿਆਂ ਉੱਥੇ ਨਹੀਂ ਪਤਾ ਹੁੰਦਾ, ਇੱਥੇ ਆ ਕੇ ਤਾਂ ਪਤਾ ਲੱਗਦਾ ਉਹ ਕੀ ਹੁੰਦੀ ਹੈ, ਕਰਾਉਣੀ ਚਾਹੀਦੀ ਹੈ, ਕਰਾ ਕੇ ਆਉਣਾ ਚਾਹੀਦਾ, ਕੀ ਮਾਹੌਲ ਹੈ ਜੀ? ਸੋ ਜਿਨ੍ਹਾਂ ਨੇ ਬਈ ਡਿਗਰੀ ਕੀਤੀ ਹੁੰਦੀ ਹੈ, ਮਾਸਟਰ ਡਿਗਰੀ ਕੀਤੀ ਹੁੰਦੀ ਹੈ, ਉਹ ਫਿਰ ਜਦੋਂ ਆਪਾਂ ਇੱਥੇ ਕਹਿੰਦੇ ਹਾਂ ਵੀ ਉਹਦੀ ਸਾਨੂੰ ਇੱਥੇ ਮਦਦ ਮਿਲ ਜੂਗੀ ਜਦੋਂ ਆਪਾਂ ਪੱਕੇ ਹੋਣਾ, ਹੈ ਨਾ, ਤਾਂ ਉਹਨੂੰ ਫਿਰ ਇੱਥੋਂ ਦੀ ਪੜ੍ਹਾਈ ਦੇ ਨਾਲ ਕਹਿ ਲਓ ਵੀ ਮਾਪ ਦੇ ਤੋਲਦੇ ਆ, ਹੈ ਨਾ, ਤਾਂ ਉਹਦੇ ਲਈ ਵੈਸ ਕਰਾਉਣੀ ਪੈਂਦੀ ਆ। ਜੇਕਰ ਤੁਸੀਂ ਡਿਗਰੀ ਕੀਤੀ ਉਸ ਤੋਂ ਬਾਅਦ ਹੁਣ ਤੁਹਾਨੂੰ ਲੱਗਦਾ ਵੀ ਹੁਣ ਮੈਂ ਕੈਨੇਡਾ ਜਾਣਾ, ਤੁਸੀਂ IELTS ਸ਼ੁਰੂ ਕਰ ਲਿਆ, ਉਦੋਂ ਵੈਸ ਅਪਲਾਈ ਕਰ ਦਿਓ, ਉਹ ਤੁਹਾਡਾ ਯੂਨੀਵਰਸਿਟੀ 'ਚ ਗੇੜਾ ਵੀ ਲੱਗਣਾ, ਇੱਕ ਤਾਂ ਉੱਥੇ ਸਸਤੇ 'ਚ ਸਰ ਜਾਣਾ, ਇੱਥੋਂ ਫੀਸ ਮਹਿੰਗੀ ਆ ਉਹਦੀ, ਹੈ ਨਾ, ਅਤੇ ਦੂਸਰਾ ਉਹਨੂੰ ਕਰਾ ਕੇ ਤੁਸੀਂ ਨਾਲ ਲੈ ਕੇ ਆਓ ਤਾਂ ਉਹਦੀ ਤੁਹਾਨੂੰ PR ਵੇਲੇ ਕਾਫੀ ਜਿਹੜੀ ਮਦਦ ਆ ਉਹ ਮਿਲ ਜਾਂਦੀ ਆ। ਅਲੱਗ-ਅਲੱਗ ਕਾਲਜਾਂ ਦੇ ਜਿਵੇਂ ਇੱਕ ਤਾਂ ਵੈਸ ਹੈਗੀ ਹੈ ਨਾ, ਇਸ ਤੋਂ ਇਲਾਵਾ 1-2 ਹੋਰ ਵੀ ਹੈਗੀਆਂ ਨੇ ਆਰਗੇਨਾਈਜੇਸ਼ਨ ਜਿਹੜੀਆਂ ਕਰਦੀਆਂ ਨੇ ਆਪਣੀ ਸਾਰੀ ਇਵੈਲੂਏਸ਼ਨ ਸਟੱਡੀ ਦੀ ਤੁਲਨਾ ਕਰ ਦਿੰਦੇ ਆ, ਤਾਂ ਉਹਨਾਂ ਦੀ ਵੀ ਜੇਕਰ ਤੁਹਾਨੂੰ ਉਹਦੇ ਰਿਗਾਰਡਿੰਗ ਵੀ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ। ਕਿਉਂਕਿ ਕਾਫੀ ਵਾਰੀ ਅਸੀਂ ਦੇਖਿਆ ਵੀ ਕਈ ਯੂਨੀਵਰਸਿਟੀਆਂ ਦੀ ਇਹ ਸਮੱਸਿਆ ਆਉਂਦੀ ਆ ਵੀ ਅਸੀਂ ਵੈਸ ਦੇ ਥਰੂ ਨਹੀਂ ਜਾਣਾ, ਅਸੀਂ ICS ਦੇ ਥਰੂ ਜਾਣਾ, ਹੈ ਨਾ, ਜਾਂ ਇੱਕ ਹੋਰ ਵੀ ਹੈਗੀ ਆਰਗੇਨਾਈਜੇਸ਼ਨ, ਉਹਦਾ ਮੈਨੂੰ ਇਸ ਸਮੇਂ ਨਾਮ ਨਹੀਂ ਯਾਦ ਆ ਰਿਹਾ। ਤਾਂ ਉਹ ਜੇਕਰ ਤੁਹਾਨੂੰ ਉਹਦਾ ਕੋਈ ਵੀ ਸਵਾਲ ਹੈਗਾ, ਹੈ ਨਾ, ਤਾਂ ਜ਼ਰੂਰ ਉਹ ਪੁੱਛੋ, ਪਰ ਸਹੀ ਤਰੀਕੇ ਦੇ ਨਾਲ, ਹੈ ਨਾ, ਇਹ ਚੀਜ਼ ਦਾ ਕੋਈ ਸ਼ਾਰਟਕੱਟ ਨਹੀਂ ਹੈਗਾ। ਦੂਸਰੀ ਇੱਕ ਜਿਹੜੀ ਚੀਜ਼ ਮੈਂ ਬਾਈ ਨੇ ਜਿਹੜੀ ਗੱਲ ਕੀਤੀ ਮੈਂ ਉਹ 'ਚ ਐਡ ਕਰਦਾ ਵੀ ਕਈ ਵਾਰੀ ਅਸੀਂ ਵੇਖਦੇ ਹਾਂ ਵੀ ਹੁਣ ਜਿਵੇਂ ਆਪਾਂ ਇੱਥੇ ਸਰੀ 'ਚ ਖੜ੍ਹੇ ਹਾਂ, ਹੈ ਨਾ, ਬੱਚੇ ਦਾ ਕਾਲਜ ਹੈਗਾ ਵੈਨਕੂਵਰ ਜਾਂ ਇੱਧਰ ਨਾਰਥ ਵੈਨਕੂਵਰ ਇੱਕ ਯੂਨੀਵਰਸਿਟੀ ਹੈਗੀ, ਸਾਡਾ ਕੋਈ ਜਾਣ ਪਛਾਣ ਦਾ ਰਹਿੰਦਾ ਲੈਂਗਲੀ ਜਾਂ ਐਬਸਫੋਰਡ, ਇਹ ਨਾ ਕਹੋ ਵੀ ਸਾਡਾ ਰਿਸ਼ਤੇਦਾਰ ਉੱਥੇ ਆ ਅਤੇ ਬੱਚੇ ਨੂੰ ਅਸੀਂ ਉਹ ਯੂਨੀਵਰਸਿਟੀ 'ਚੋਂ ਹਟਾ ਲਈਏ, ਉਹੀ ਬਹੁਤ ਵੱਡਾ ਰਿਸਕ ਲੈਂਦੇ ਆ ਨਾ। ਜਾਂ ਜਦੋਂ ਕਈ ਵਾਰੀ ਜੇ ਤੁਹਾਨੂੰ ਉੱਥੋਂ ਕੋਈ ਇਹ ਕੋਰਸ ਕਹਿ ਕੇ ਇਹ ਤੋਰ ਰਿਹਾ, ਕੋਈ ਵੀ ਇਮੀਗ੍ਰੇਸ਼ਨ ਵਾਲਾ ਤੁਹਾਨੂੰ ਐਡਵਾਈਸ ਕਰ ਰਿਹਾ ਵੀ ਇੱਕ ਕਰੀਆ ਕੋਰਸ ਲੈ ਕੇ ਚਲਾ ਜਾ, ਕੋਈ ਨਾ ਉੱਥੇ ਜਾ ਕੇ ਬਦਲ ਲਈ, ਉਹ ਇੰਨਾ ਸੌਖਾ ਨਹੀਂ ਹੁੰਦਾ। ਜੇ ਤੁਸੀਂ ਇੱਥੇ ਆ ਕੇ ਆਉਣ ਸਾਰਾ ਉਹਦਾ ਕੋਰਸ ਉਹ ਛੱਡਤਾ, ਤੁਸੀਂ ਲੀਗਲੀ ਕੰਮ ਨਹੀਂ ਕਰ ਸਕਦੇ, ਫਿਰ ਅਸੀਂ ਹੋਰ ਪਾਸੇ ਦੀ ਕੰਮ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ, ਅਗਲੇ ਕੋਰਸ ਵਾਸਤੇ ਫਿਰ ਅਰਜੀ ਪਾਉਣੇ ਆ, ਉਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਜਿਹੜਾ ਵੀ ਤੁਹਾਨੂੰ ਵਧੀਆ ਕਾਲਜ ਕੋਰਸ ਮਿਲਿਆ ਐਡਜਸਟਮੈਂਟ ਕਰ ਲਓ, ਜੇ ਤੁਹਾਨੂੰ ਸਰੀ ਰਹਿਣਾ ਪੈਂਦਾ ਸਰੀ ਰਹੋ, ਵੈਨਕੂਵਰ ਰਹਿਣਾ ਪੈਂਦਾ ਉੱਥੇ ਰਹਿ ਪਓ, ਪਰ ਜੇ ਤੁਹਾਨੂੰ ਵਧੀਆ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਮਿਲੀ ਹੋਈ ਆ ਤਾਂ ਉਹਨੂੰ ਇਸ ਕਰਕੇ ਨਾ ਛੱਡੋ ਕਿਉਂਕਿ ਤੁਹਾਡੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਥੋੜ੍ਹੀ ਜਿਹੀ ਦੂਰ ਰਹਿੰਦੇ ਆ, ਇਹ ਚੀਜ਼ ਅੱਗੇ ਚੱਲ ਕੇ ਫਿਰ ਤੰਗ ਕਰਦੀ ਹੈ ਸਾਨੂੰ। ਠੀਕ ਹੈ ਜੀ। ਟੀਮ ਵੀ ਕੇਅਰ ਕੈਨੇਡਾ, ਟੀਮ ਵੀ ਕੇਅਰ ਕੈਨੇਡਾ, ਹਰ ਇੱਕ ਸ਼ਬਦ ਤੋਂ ਬਾਅਦ ਸਪੇਸ ਦੇਣੀ ਹੈ,
ਫੇਸਬੁੱਕ ਗਰੁੱਪ ਹੈ ਉਹ ਲੱਭ ਲੈਣਾ ਹੈ। ਉੱਥੇ ਜਾ ਕੇ ਤੁਸੀਂ ਆਪ ਦਾ ਜੇ ਕੋਈ ਸਵਾਲ ਹੈਗਾ ਜੈਨੂਅਨ ਉਹ ਜਿਹੜਾ ਉੱਥੇ ਲਿਖ ਸਕਦੇ ਹੋ। ਆਖਰੀ ਗੱਲ ਜਿਹੜੀ ਤੁਹਾਡੇ ਲਈ ਪੁੱਛਣੀ ਹੈ ਕਿ ਕਈ ਵਾਰੀ ਆਉਣ ਤੋਂ ਪਹਿਲੇ ਬੇਸਮੈਂਟਾਂ ਦਾ ਰੌਲਾ ਹੁੰਦਾ ਕਿ ਭਾਈ ਉਹਦੇ ਪੈਸੇ ਪੇ ਕਰ ਦਈਏ, ਜੇ ਕਿਸੇ ਦਾ ਰਿਸ਼ਤੇਦਾਰ ਨਹੀਂ ਸਿੱਧੀ ਬੇਸਮੈਂਟ ਲੈਣੀ ਹੈ ਉਹਦਾ ਕੋਈ ਰੌਲਾ ਤੋਂ ਵੀ ਦੱਸ ਦਿਓ ਜੀ। ਤਾਂ ਜੇਕਰ ਤੁਸੀਂ ਕੋਈ ਵੀ ਇਸ ਤਰੀਕੇ ਨਾਲ ਬੇਸਮੈਂਟ ਲੱਭਦੇ ਹੋ ਨਾ, ਜਦੋਂ ਤੁਹਾਡਾ ਕੋਈ ਦੋਸਤ ਮਿੱਤਰ ਹੈਗਾ ਉਹ ਗੱਲਬਾਤ ਕਰ ਰਿਹਾ ਅੱਗੇ ਬੇਸਮੈਂਟ ਹੈ ਨਾ, ਤਾਂ ਬਹੁਤ ਵਧੀਆ, ਠੀਕ ਹੈ। ਪਰ ਜੇਕਰ ਤੁਸੀਂ ਖੁਦ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਈਮੇਲ ਦੇ ਉੱਪਰ ਗੱਲ ਹੋਈ ਹੈ ਕਿਸੇ ਦੇ ਨਾਲ ਜਾਂ ਫੇਸਬੁੱਕ ਮਾਰਕੀਟ ਪਲੇਸ ਦੇ ਉੱਪਰ ਗੱਲ ਹੋਈ ਹੈ, ਬੰਦਾ ਕਹਿੰਦਾ ਮੈਨੂੰ $1000 ਭੇਜ ਦਿਓ, ਤਾਂ ਇਹ ਗਲਤੀ ਨਾ ਕਰੋ ਕਦੇ ਵੀ, ਕਿਉਂਕਿ ਤੁਸੀਂ ਅਗਲੇ ਬੰਦੇ ਨੂੰ ਨਹੀਂ ਜਾਣਦੇ, ਤੁਹਾਡੇ ਕੋਲ ਉਹਦਾ ਕੋਈ ਰੈਕਡ ਨਹੀਂ ਹੈਗਾ ਹੈ ਨਾ ਪ੍ਰੋਪਰ। ਤਾਂ ਉਹਨੂੰ ਸਿੱਧੇ ਡਾਇਰੈਕਟਲੀ ਪੈਸੇ ਪੇ ਕਰਨ ਦੀ ਬਜਾਏ ਕੋਈ ਕਨੈਕਸ਼ਨ ਲੱਭਣ ਦੀ ਕੋਸ਼ਿਸ਼ ਕਰੋ ਉਸ ਸ਼ਹਿਰ ਦੇ ਵਿੱਚ। ਨਹੀਂ, ਸਾਡੀ ਟੀਮ ਨੂੰ ਸੰਪਰਕ ਕਰੋ, ਉਹੀ ਗਰੁੱਪ ਦੇ ਵਿੱਚ ਪੋਸਟ ਪਾਓ, ਕੋਈ ਨਾ ਕੋਈ ਤੁਹਾਨੂੰ ਉਸ ਸ਼ਹਿਰ ਦਾ ਜਿਹੜਾ ਬੰਦਾ ਉਹ ਮਿਲ ਜੂਗਾ ਅਤੇ ਉਹ ਫਿਰ ਤੁਹਾਡੀ ਗੱਲਬਾਤ ਕਰਾ ਸਕਦਾ ਜਾਂ ਤੁਹਾਨੂੰ ਗਾਈਡ ਕਰ ਸਕਦਾ। ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸ ਸਕਦਾ ਵੀ ਭਾਈ ਜੇ ਉਹ $1000 ਦੀ ਬੇਸਮੈਂਟ ਦੇ ਰਿਹਾ ਜਾਂ 2000 ਦੀ ਦੇ ਰਿਹਾ, ਇੰਨਾ ਰੇਟ ਵੀ ਸਾਡੇ ਚੱਲਦਾ ਕਿ ਨਹੀਂ ਚੱਲਦਾ, ਅਤੇ ਦੂਜਾ ਇੰਨਾ ਕੁ ਵਾਜਬ ਹੈ ਵੀ ਤੁਸੀਂ ਆਪਾਂ ਇਹਨਾਂ ਨੂੰ ਇੰਨਾ ਕੁ ਡਿਪੋਜ਼ਿਟ ਦੇਣਾ ਹੈ ਨਾ, ਤਾਂ ਉਸ ਪਾਸੇ ਮਦਦ ਹੋ ਸਕਦੀ ਹੈ। ਅਸੀਂ ਡਰ ਦੇ ਵਿੱਚੋਂ ਕਿ ਪਤਾ ਨਹੀਂ ਮੈਨੂੰ ਉੱਥੇ ਆ ਕੇ ਰਹਿਣ ਨੂੰ ਜਗ੍ਹਾ ਮਿਲੂਗੀ ਕਿ ਨਾ ਮਿਲੂਗੀ, ਅਸੀਂ ਇਸ ਕਾਹਲੀ ਦੇ ਵਿੱਚ ਨਾ ਪਈਏ, ਕਿਉਂਕਿ ਜੇ ਇੱਥੇ ਆ ਕੇ ਸਾਡੇ ਕੋਲ ਹੋਰ ਵੀ ਜਿਹੜੇ ਆਪਸ਼ਨ ਹੈਗੇ, ਜਿਵੇਂ ਬਾਈ ਨੇ ਪਹਿਲਾਂ ਦੱਸਿਆ ਵੀ ਗੁਰਦੁਆਰਾ ਸਾਹਿਬ ਹੈਗੇ ਨੇ ਹੈ ਨਾ, ਉਹਨਾਂ ਨੇ ਤੁਹਾਨੂੰ ਆ ਕੇ ਜਿਹੜਾ ਖਾਣ ਪੀਣ ਦਾ ਹੈਗਾ ਉਹ ਵੀ ਦੇਣਾ, ਨਾਲ ਉਹਨੇ ਤੁਹਾਨੂੰ ਮੈਟਰਸ ਵੀ ਦੇਣੇ। ਉਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਜ਼ਿਆਦਾਤਰ ਗੁਰਦੁਆਰਾ ਸਾਹਿਬ ਦੇ ਵਿੱਚ ਅਵੇਲੇਬਲ ਹੈਗੀਆਂ ਨੇ, ਅਸੀਂ ਉਹਨਾਂ ਦਾ ਵੀ ਲਾਹਾ ਲੈ ਸਕਦੇ ਹਾਂ। ਉਹ ਸਾਡੇ ਲਈ ਬਣਾਈਆਂ ਗਈਆਂ ਨੇ, ਕਿਉਂਕਿ ਸਾਨੂੰ ਇਹ ਵੀ ਇੱਕ ਕਈ ਵਾਰੀ ਆਉਂਦੀ ਹੈ ਗੱਲਬਾਤ ਵੀ ਅਸੀਂ ਸੰਗਦੇ ਨਹੀਂ ਜਾਂਦੇ ਜਾਂ ਡਰਦੇ ਨਹੀਂ ਜਾਂਦੇ ਉੱਥੇ ਹੈ ਨਾ, ਪਰ ਉਹ ਜਦੋਂ ਅਸੀਂ ਗੁਰਦੁਆਰਾ ਸਾਹਿਬ ਨਾਲ ਗੱਲ ਕਰਦੇ ਹਾਂ ਤਾਂ ਉਹ ਬਹੁਤ ਵੈਲਕਮਿੰਗ ਨੇ ਇਸ ਚੀਜ਼ ਨੂੰ ਲੈ ਕੇ, ਉਹ ਕਹਿੰਦੇ ਨੇ ਕਿ ਆਓ ਹੈ ਨਾ। ਅਤੇ ਹੁਣ ਉਹਨਾਂ ਨੇ ਤਾਂ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਰੱਖੀ ਹੈ ਚੀਜ਼, ਜਿਵੇਂ ਸਰੀ ਦੇ ਵਿੱਚ ਹੀ ਹੈ ਵੀ ਬੱਚਿਆਂ ਨੂੰ ਦੂਰ ਨਾ ਜਾਣਾ ਪਵੇ, ਜੇ ਕੋਈ ਨੇੜੇ ਇੱਥੇ ਰਹਿੰਦਾ ਤਾਂ ਉਹ ਇੱਥੋਂ ਆ ਕੇ ਲੈ ਜੇ ਹੈ ਨਾ। ਤਾਂ ਇਹਨਾਂ ਚੀਜ਼ਾਂ ਦੀ ਵੀ ਜੇਕਰ ਤੁਹਾਨੂੰ ਸੱਚੀ ਲੋੜ ਹੈਗੀ ਹੈ ਤਾਂ ਉਹਨਾਂ ਨੂੰ ਸਾਨੂੰ ਫਿਰ ਵਰਤਣਾ ਚਾਹੀਦਾ, ਉਹ ਕਰਨਾ ਚਾਹੀਦਾ ਹੈ ਨਾ। ਕੱਲ੍ਹ ਨੂੰ ਜਦੋਂ ਫਿਰ ਤੁਸੀਂ ਦੇਣ ਜੋਗੇ ਹੋਗੇ, ਤੁਸੀਂ ਕੱਲ੍ਹ ਨੂੰ ਕਿਸੇ ਹੋਰ ਦੀ ਮਦਦ ਕਰ ਦਿਓ, ਯੋਗਦਾਨ ਪਾ ਦਿਓ। ਠੀਕ ਹੈ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਜੁੜੇ, ਜਾਣਕਾਰੀਆਂ ਬੇਸ਼ਕੀਮਤੀ ਦਿੱਤੀਆਂ, ਧੰਨਵਾਦ ਜੀ। ਦੁਬਾਰਾ ਫਿਰ ਗੱਲਾਂ ਬਾਤਾਂ ਹੋਣਗੀਆਂ। ਸੋ ਟੀਮ ਵੀ ਕੇਅਰ ਕੈਨੇਡਾ ਤੋਂ ਸੱਜਣ ਜਸਕਰਨ ਜੀ ਅਤੇ ਜਸ਼ਨ ਹੋਰੀ ਜੁੜੇ ਸੀ, ਪਹਿਲਾਂ ਵੀ ਲਗਾਤਾਰ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ, ਅਤੇ ਹੁਣ ਤੁਸੀਂ ਆਪਦੇ ਕੌਮੈਂਟ, ਆਪਦੀਆਂ ਟਿੱਪਣੀਆਂ ਜ਼ਰੂਰ ਕਰ ਦਿਓ। ਕੋਈ ਸਵਾਲ ਤੁਹਾਡਾ ਰਹਿ ਗਿਆ ਹੋਵੇ ਆਪਾਂ ਹਾਕ ਫੇਰ ਮਾਰ ਲਾਂਗੇ। ਇੱਕ ਪ੍ਰੋਗਰਾਮ ਅਗਲਾ ਆਪਾਂ ਫੇਰ ਕਰਨਾ ਹੈ, ਉਹ ਕੁਝ ਦਿਨ ਬਾਅਦ ਕਰਾਂਗੇ ਕਿ ਕੈਨੇਡਾ ਆ ਕੇ ਕਿਹਨਾਂ ਚੀਜ਼ਾਂ ਦਾ ਹੋਰਾਂ ਦਾ ਵੀ ਧਿਆਨ ਰੱਖਣਾ ਹੈ। ਉਮੀਦ ਹੈ ਕਿ ਲਾਹਾ ਤੁਹਾਨੂੰ ਮਿਲੂਗਾ ਜ਼ਰੂਰ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।